ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਸਮੇਂ ਸਿਰ ਸਤਸੰਗੀਆਂ ਨੂੰ ਪਰਮਾਰਥ ਦੀਆਂ ਬਾਰੀਕੀਆਂ ਸਮਝਾਉਣ ਲਈ ਪੱਤਰ ਲਿਖੇ ਹਨ, ਜੋ ਸਾਰੇ ਜਗਿਆਸੂਆਂ ਪਰਮਾਰਥ ਦੇ ਪਾਉਂਦਿਆਂ ਲਈ ਚਾਨਣ ਮੁਨਾਰਾ ਹਨ। ਉਹਨਾਂ ਵਿੱਚੋਂ ਇੱਕ ਪੱਤਰ ਅੱਜ ਪੜ੍ਹਿਆ ਜਾ ਰਿਹਾ ਹੈ ਜੀ। ਏਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। 24 ਜੁਲਾਈ 1912। ਪਵਿੱਤਰ ਆਤਮਾ ਜੀਓ, ਸਾਧਨ ਦੇ ਤਰੀਕੇ ਸਾਈਂ ਮਿਲਣ ਦੇ ਨਾ ਮੈਂ ਜਾਣਦਾ ਹਾਂ, ਤੇ ਜੋ ਸੁਣਦਾ ਹਾਂ ਉਹਨਾਂ ਨੂੰ ਮੁਰਦਾ ਪ੍ਰਯਤਨ ਸਮਝਦਾ ਹਾਂ। ਉਹ ਬੰਦੇ ਨੂੰ ਜੀਵਾਲ ਨਹੀਂ ਸਕਦਾ ਹੈ, ਪਰ ਇਹ ਸਭ ਕੁਝ ਵੀ ਮੁਰਦਾਪਨੇ ਦੇ ਦਰਜੇ ਹਨ। ਜਿਉ ਪੈਣਾ ਅਰਥਾਤ ਆਤਮ ਜੀਵਨ ਦਾ ਪੈਦਾ ਹੋਣਾ ਇਹ ਸਾਧਨਾ ਦੇ ਵਸ ਨਹੀਂ, ਪਰ ਖਿਆਲ ਦੇ ਕੇ ਸਮਝਣੀ। ਤੁਸੀਂ ਤਰਬਕਣਾ ਨਾ ਕਿ ਨੇਕੀ ਤੇ ਧਰਮ ਨੂੰ ਮੈਂ ਮੁਰਦਾ ਸਾਧਨ ਸਮਝਦਾ ਹਾਂ। ਜੋ ਆਖਦਾ ਹਾਂ ਇਸ ਦਾ ਇਹ ਅਰਥ ਨਹੀਂ ਕਿ ਨੇਕੀ ਤੇ ਧਰਮ ਨੂੰ ਮੈਂ ਚੰਗਾ ਨਹੀਂ ਜਾਣਦਾ ਤੇ ਧਰਮ ਤੇ ਸ਼ੁੱਧ ਆਚਰਣ ਨੂੰ ਮੈਂ ਪਸੰਦ ਨਹੀਂ ਕਰਦਾ, ਸ਼ਾਇਦ ਕਥਨ ਨਹੀਂ ਕਰ ਸਕਦਾ। ਮੇਰਾ ਮਤਲਬ ਇਹ ਹੈ ਕਿ ਸਾਡੇ ਨੇਮ, ਧਰਮ, ਨੇਕੀਆਂ, ਆਚਰਣ, ਪਾਠ ਇਹ ਉੱਚੇ ਤੋਂ ਉੱਚੇ ਸੁੰਦਰ ਮੰਦਰ ਹਨ। ਇਹ ਹੀਰੇ ਤੇ ਲਾਲ ਹਨ, ਪਰ ਜਿਹਾ ਕਿ ਮੈਂ ਪ੍ਰੀਤਮ ਜੀ ਵਿੱਚ ਦੱਸਿਆ ਹੈ, ਇਹ ਜਿਉਂਦੇ ਨਹੀਂ ਹਨ। ਇਹ ਧਰਤੀ ਤੇ ਉੱਗੀ ਬੂਟੀ ਇੱਕ ਰਿੜਦੀ ਕੀੜੀ ਨਾਲੋਂ ਅਮੋਲਕ ਨਹੀਂ ਹਨ, ਕਿਉਂਕਿ ਇਹ ਦੋਨੋਂ ਜਿਉਂਦੀਆਂ ਹਨ। ਹੀਰਾ ਮੁਰਦਾ ਸ਼ੈ ਹੈ, ਅਰ ਘਾਹ ਦਾ ਤੀਲਾ ਤੇ ਕੀੜੀ ਹੀਰੇ ਨਾਲੋਂ ਅਮੋਲਕ ਹਨ। ਇਹ ਜਿਉਂਦੀਆਂ ਵਸਤਾਂ ਹਨ। ਇਸੇ ਤਰ੍ਹਾਂ ਸਾਡੀ ਨੇਕੀ ਸਾਡੇ ਸਾਧਨਾ ਨਾਲ ਪੈਦਾ ਕੀਤੇ ਕਰਮ, ਧਰਮ ਤੇ ਨੇਮ, ਜਪ, ਆਚਰਣ ਆਦਿ ਹੀਰਿਆਂ ਵਰਗੇ ਅਮੋਲਕ ਹਨ ਅਰ ਮੁਰਦਾ ਹਨ। ਰੂਹਾਨੀ ਜ਼ਿੰਦਗੀ ਕਿਣਕੇ ਜਿੰਨੇ ਵੀ ਇੱਕ ਜੀਉ ਦੀ ਤਾਕਤ ਹੈ। ਇਸ ਜਿੰਦ ਦਾ ਗੁਰੂ ਜੀ ਨੇ ਇਹ ਪਤਾ ਦਿੱਤਾ ਹੈ, ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਿਲਾਏ। ਇਹ ਜੋ ਜੀਦਾਨ ਹੈ ਅਰ ਸਾਡੇ ਸਾਧਨਾ ਨਾਲ, ਸ਼ੁਭ ਕਰਮਾਂ ਨਾਲ ਪੈਦਾ ਕੀਤੀ ਨੇਕੀ ਦੇ ਮੁਕਾਬਲੇ ਤੇ ਜੀਉ ਦੀ ਤਾਕਤ ਹੈ। ਇਹ ਉਸ ਦੇ ਸਾਹਮਣੇ ਮੁਰਦਾ ਸ਼ੈ ਹਨ। ਇਸੇ ਕਰਕੇ ਸਤਿਗੁਰਾਂ ਨੇ ਸਾਡੀਆਂ ਨੇਕੀਆਂ, ਸਾਡੇ ਜਪਾਂ, ਤਪਾਂ, ਨੇਮਾਂ, ਧਰਮਾਂ, ਸਾਡੇ ਸੰਜਮਾਂ, ਖੁਸ਼ੀਆਂ, ਸੁੱਖਾਂ, ਵਡਿਆਈਆਂ, ਅਮੀਰੀਆਂ, ਇੱਜ਼ਤਾਂ ਸਭ ਨੂੰ ਮੁਰਦਾ ਜਾਣ ਕੇ ਜੀਵਨ ਦੀ ਇੱਕ ਨਿਮਖ ਤੋਂ ਸਦਕੇ ਕਰਕੇ ਮਿਟਾ ਦੇਣਾ ਲਿਖਿਆ ਹੈ। ਜਪ, ਤਪ, ਸੰਜਮ, ਹਰਖ, ਸੁਖ, ਮਾਨ, ਮਹਿਤ ਅਰ ਗਰਭ, ਮੂਸਨ, ਨਿਮਖਕ, ਪ੍ਰੇਮ ਪਰ ਵਾਰ ਦਿਓ ਸਰਬ। ਬੇਸ਼ੱਕ ਅਮੀਰਾਂ ਦੀ ਨਜ਼ਰ ਵਿੱਚ ਹੀਰਾ ਅਮੋਲਕ ਹੈ, ਪਰ ਜਿਸ ਨੂੰ ਜ਼ਿੰਦਗੀ ਦੀ ਕਦਰ ਹੈ, ਜੋ ਮੁਰਦਾ ਖਾਣੀ ਸ੍ਰਿਸ਼ਟੀ ਵਿੱਚ ਜੀਵਨ ਲੱਭਦਾ ਹੈ, ਉਹ ਇੱਕ ਚੰਬੇਲੀ ਦੇ ਫੁੱਲ ਦੇ ਸਾਹਮਣੇ ਹੀਰੇ ਨੂੰ ਠੋਕ ਕੇ ਮੁਰਦਾ ਆਖਦਾ ਹੈ। ਹੁਣ ਤੁਸੀਂ ਆਖੋਗੇ ਕਿ ਇਹ ਜੀਵਨ ਕਿੱਥੋਂ ਲੱਭੇ? ਇਸ ਦਾ ਕੋਈ ਸਾਧਨ? ਮੈਂ ਡੰਕੇ ਦੀ ਚੋਟ ਨਾਲ ਆਖਦਾ ਹਾਂ, ਅਸੀਂ ਮੁਰਦੇ ਹਾਂ। ਮੁਰਦਿਆਂ ਦੇ ਸਾਧਨ ਮੁਰਦਿਆਣ ਤੱਕ ਹੀ ਪਹੁੰਚਾ ਸਕਦੇ ਹਨ। ਜੀਵਨ ਕਿੱਥੋਂ ਪੈਦਾ ਕਰ ਸਕਦੇ ਹਨ? ਤੁਸੀਂ ਦੱਸੋ, ਕਦੇ ਕੋਈ ਅਰੂੜੀ ਦੀ ਮੁੱਠ ਆਪਣੇ ਸਾਧਨ ਨਾਲ ਗੁਲਾਬ ਦਾ ਬੂਟਾ ਬਣ ਗਈ ਹੈ? ਕਦੇ ਕੋਈ ਬਾਂਦਰ ਕਿਸੇ ਸਾਧਨ ਨਾਲ ਆਦਮੀ ਬਣ ਗਿਆ ਹੈ? ਇਸੇ ਤਰ੍ਹਾਂ ਅਸੀਂ ਕਿਸੇ ਸਾਧਨ ਨਾਲ ਜਿਉਂਦੇ ਹੋ ਕੇ ਰੱਬ ਦੀ ਆਤਮ ਦ੍ਰਿਸ਼ਟੀ ਦੇ ਦੇਵਤੇ ਕਿਉਂ ਬਣ ਸਕਦੇ ਹਾਂ? ਜਿਸ ਤਰ੍ਹਾਂ ਕੋਈ ਗੁਲਾਬ ਦਾ ਬੂਟਾ ਅਰੂੜੀ ਨੂੰ ਆਪਣੀਆਂ ਜੜ੍ਹਾਂ ਨਾਲ ਆਪਣੇ ਵਿੱਚ ਖਿੱਚ ਲਵੇ ਤੇ ਜਿਉਂਦੇ ਫੁੱਲ ਬਣਾ ਦੇਵੇ, ਇਸ ਤਰ੍ਹਾਂ ਸਦਾ ਜਿਉਂਦੇ, ਸਦਾ ਜਾਗਦੇ ਆਤਮ ਜੀਵਨ ਦਾ ਮਾਲਕ ਵਾਹਿਗੁਰੂ ਜੇ ਸਾਨੂੰ ਆਪਣੇ ਵਿੱਚ ਲੈ ਲਵੇ, ਆਪਣੀ ਜ਼ਿੰਦਗੀ ਬਖਸ਼ ਲਹਿਰੇ ਸਾਡੇ ਵਿੱਚ ਘੱਲੇ, ਤਾਂ ਅਸੀਂ ਜਿਉ ਪਈਏ। ਇਸ ਨੂੰ ਨਦਰ ਆਖਦੇ ਹਨ। ਮੈਂ ਉੱਪਰ ਨਦਰ ਕਰੀ ਫਿਰ ਸੱਚ ਹੈ, ਮੈਂ ਛੋੜਿਆੜਾ ਮੇਰਾ ਤੇਰਾ। ਇਹ ਵਾਹਿਗੁਰੂ ਦੀ ਬਖਸ਼ਿਸ਼ ਹੈ।
उसकी नदर है, जिसे चाहे जिवा लवे। हुण आखीदा है बई तद तां साडे लई कोई आस बाकी ना रही, असां विच जीवन नहीं है, असी मुरदे हां, साडे साधन मुरदे हन, असी कुछ नहीं कर सकते, रब दी मेहर साडे वस नहीं, इस करके निराश हो जाइए। ये गल नहीं। गल ये है कि असी अपने आप नूं इस विਉਂਤ विच रखिए कि साथों उचेरा मंडल अर्थात आत्म जीवन साडे विच फूक मार के सानू जिवा ले, और असां विच उसदे लहरे आ के सानू आत्म जीवन विच मोलाई ते वधाई जाण। तुहानू पता है कि एक बीज अपने लिए कुछ नहीं कर सकता, निमाणा होके धरती विच टह पैंदा है। भाई गुरदास जी लिखते हैं, वो धरती की गोद विच सड़ जाता है, आपां वार देंदा है। कोई साधन, कोई हिम्मत, कोई हुज्जत, कोई दलील नहीं तारदा। धरती आप तो आप उसनू रस देंदी है। जब धरती तो बाहर आ जाता है तद रोशनी, हवा, धुप सारे उसके पत्तियां दी पालना करते हैं। बूटा आप तो आप फिर वधदा जाता है, फुल पैंदे हैं, फल लगते हैं। इसे तरह एक कणी जीवन दी अंदर आ जावे और फिर ये बंदा साधन विच ना पवे, चतराइयां छड़ देवे, अपनी अकल नू अपने वादे दे फिक्र विच ना लावे, फिक्र ते चिंता खूह विच सट पावे, सोचां छड्डे, अपनियां रावां उगतियां जुगतियां त्यागे, उस किणके नू अंदर लैके हर दम हर वेले मन नू शांति वल ला रखे। ये वहम बन के, ये निश्चा धार के कि साईं मेरा जीवन दाता मेरे अंदर है, उसके अंदर होण दी है दे ख्याल नू दूर ना होण देवे। ये ख्याल रहे, उस मालक दा रस इस विच आके इसनू पालदा है। चंगी तरह समझ लेना, साडा साधन सानू आत्म जीवन विच नहीं पालदा। हाँ जी, साडा साधन सानू आत्म जीवन विच नहीं पालदा। साईं दी मेहर दा मींह जो हर वेले वस रहा है, उस दे अगे चित नू विछा छड्डना, उस अगे टिब्बे ना बनना, फिर मींह सुके टोयां नू सुबर भरे तला बना देंदा है। असी आप नू पालन दे समर्थ नहीं। वाहिगुरू दा आत्म मंडल हर वेले पालन दा समान लैके खड़ा है। साडे मन दा रुख उस तो लाभ लैण दे उल्ट हो रहा है। जेकर असी अपने मन दे रुख नू साईं दे नाल प्योंद करिए कि जिकुर आरूड़ी दा ढेर जड़ां दे नाल जा लगदा है, फिर जड़ां विच समर्था है कि उसनू फुल बना देण, तां जियो पईए। मन दा रुख केवल ये गल है। हाँ जी, मन दा रुख केवल ये गल है। ये है जो कुछ है वाहिगुरू भरपूर प्यार दा सोमा मुरदे जीवाण लई हर मुरदा रूह विच जीवन दी रोह चला लैण लई तैयार है। अपने मन दा रुख 8 पैर उसदे प्यार हेठ रखो, उसदी दात पालेगी। हाँ जी, अपने मन दा रुख 8 पैर उसदे प्यार हेठ रखो, उसदी दात पालेगी। मैं साध, फकीर, संत, महात्मा, साधक, जाहद कुछ नहीं, क्योंकि मेरा भरोसा अपनी कोशिशों पर नहीं। मैं नेकी, तप, साधन, धर्म सब नू चंगा जानदा हां और आत्म रसियां विच होने चाहिए हैं। ये सब कुछ साडे विच होवे पर सानू अन्या ना कर देवे कि इहो कुछ है, होर नहीं। ये मुरदियां दे देश दा उच्चे तो उच्चा मुनारा है, पर ये जीउंदा अरशी सूरज नहीं है। इसलिए मेरे ख्याल विच ये यतन करो कि मेरे विच जीवन कणी आ पवे, ते फिर उसकी नज़र मेहर ते प्यार दी रों हर वेले हर श्वास सुते बैठे जागदे मेरे विच तुणके मारदी रहे। फिर जिको आप तो आप एक कणी माता दे उदर विच एक जीउंदा जागदा सुंदर लाल ते अकलां वाला मनुख बन जाता है। बच्चे दा कुछ उद्यम नहीं। हाँ जी,
ਜਿਕੂ ਆਪ ਤੋਂ ਆਪ ਇੱਕ ਕਣੀ ਮਾਤਾ ਦੇ ਉਦਰ ਵਿੱਚ ਇੱਕ ਜਿਉਂਦਾ ਜਾਗਦਾ ਸੁੰਦਰ ਲਾਲ ਤੇ ਅਕਲਾਂ ਵਾਲਾ ਮਨੁੱਖ ਬਣ ਜਾਂਦਾ ਹੈ। ਬੱਚੇ ਦਾ ਕੁਛ ਉਦਮ ਨਹੀਂ, ਕੋਈ ਸਾਧਨ ਨਹੀਂ, ਮਾਤਾ ਦਾ ਖੂਨ ਆਪ ਤੋਂ ਆਪ ਉਸ ਨੂੰ ਪਾਲਦਾ ਹੈ। ਤਿਵੇਂ ਆਤਮ ਕੁੱਖ ਵਿੱਚ ਪੈ ਕੇ ਅਸੀਂ ਉਸ ਪਿਆਰੇ ਦੇ ਆਪਣੇ ਜ਼ਿੰਦਗੀ ਬਖਸ਼ ਲਹਿਰਿਆਂ ਨਾਲ ਪੱਕ ਨਿਕਲੀਏ ਤੇ ਸਦਾ ਦੇ ਜੀਵਨ ਨੂੰ ਪਾ ਕੇ ਜੀਵੇ ਹੋ ਜਾਈਏ। ਕਰੀਏ ਕੇਵਲ ਇਹ ਜੇ ਹੋ ਸਕੇ ਤਾਂ ਕਿ ਆਸ ਕਰੀਏ ਮੰਗੀਏ ਪਰ ਕੀਕੂ ਜੋ ਕਾਲੇ ਹੋ ਕੇ ਨਾ ਮੰਗੀਏ ਵੀ ਕਾਨੂੰ। ਮਨ ਦਾ ਰੁਖ, ਮਨ ਦਾ ਝੁਕਾਓ ਉਸ ਪ੍ਰੀਤਮ ਦੇ ਖਿਆਲ ਨਾਲ ਜੋੜ ਛੱਡੀਏ। ਉਸ ਦਾ ਆਪਣਾ ਲਹੂ ਸਾਨੂੰ ਪਾਲੇਗਾ, ਉਸ ਦੀ ਆਪਣੀ ਨਿੱਘ ਸਾਨੂੰ ਉਸਾਰੇਗੀ, ਉਸ ਦੀ ਜ਼ਿੰਦਗੀ ਸਾਨੂੰ ਜਿਉਂਦੀ ਕਰੇਗੀ। ਸਤਿਗੁਰ ਦੀ ਮਤ ਕੇਵਲ ਮੇਰੇ ਅੰਦਰ ਵਸੇ, ਹੋਏ ਨਿਮਾਣੀ ਢਹਿ ਪਈ, ਮਿਲਿਆ ਸਹਿਜ ਸੁਭਾਏ। ਆਪ ਤੇ ਵਾਹਿਗੁਰੂ ਦੇ ਦਰ ਢਹਿ ਪਈਏ ਤੇ ਦ੍ਰਿੜ ਆਸਾਵੰਦ ਰਹੀਏ ਕਿ ਦਾਤਾ ਜੁਆਲੇਗਾ। ਮਨ ਦਾ ਰੁਖ ਕਬੂਲ ਕਰਨ ਵਾਲਾ, ਲੈਣ ਵਾਲਾ, ਮੰਗਤੇ ਵਾਂਗੂ ਜੋ ਹਰ ਵੇਲੇ ਝੋਲੀ ਅੱਡੀ ਰੱਖਦਾ ਹੈ, ਇਉਂ ਵਾਹਿਗੁਰੂ ਦੇ ਦੁਆਰੇ ਮਨ ਦਾ ਲੈਣ ਵਾਲਾ ਰੁਖ ਬਣਾ ਦਈਏ। ਹੋਰ ਸਹਿਜ ਸਿਆਣਪਾਂ ਛੋੜ ਦਈਏ। ਜੇਕਰ ਇਹ ਗੱਲ ਪਸੰਦ ਆਵੇ, ਸੁਭਾਵ ਨਾਲ ਮਿਲੇ ਤਾਂ ਕਰੋ, ਜ਼ਰੂਰ ਕਰੋ। ਜੇ ਮਾੜੀ ਲੱਗੇ ਤਾਂ ਤਿਆਗ ਦਿਓ। ਮੇਰੀ ਹੱਟ ਵਿੱਚ ਕੋਈ ਸੌਦਾ ਨਹੀਂ, ਇੱਕੋ ਸਖਣੇਪਣ ਦਾ ਵੱਖਰ ਹੈ। ਦਿਲ ਵਿੱਚ ਮੁਰਦਾਪਨ ਹੈ। ਮੈਂ ਜਾਣ ਲਿਆ ਕਿ ਮੈਂ ਮੁਰਦਾ ਹਾਂ, ਪਰ ਮੁਰਦਾ ਆਪ ਨੂੰ ਜਿਵਾਲ ਨਹੀਂ ਸਕਦਾ। ਇਸੇ ਕਰਕੇ ਮਨ ਨੂੰ ਸਖਣਾ ਕਰੀਏ ਤੇ ਦਾਨਾਈਆਂ ਕੱਢੀਏ। ਮਨ ਦਾ ਰੁਖ ਐਸਾ ਬਣਾਓ ਕਿ ਜਿਉਂਦੇ ਦੇ ਦਰ ਤੇ ਢਹਿ ਰਹੇ। ਜਿਸ ਦੀ ਨਜ਼ਰ ਵਿੱਚ ਜੀਵਨ ਹੈ, ਜਿਸ ਦੀ ਦ੍ਰਿਸ਼ਟੀ ਵਿੱਚ ਜ਼ਿੰਦਗੀ ਹੈ, ਉਸ ਦੇ ਆਸਾਵੰਦ ਬੈਠੇ ਰਹੀਏ। ਕਬੀਰ ਮੂੰਹ ਮਰਨੇ ਕਾ ਚਾਓ ਹੈ, ਮਰੋਂ ਤਾਂ ਹਰ ਕੇ ਦੁਆਰ, ਮਤ ਹਰ ਪੂਛੇ ਕੌਣ ਹੈ, ਪਰਾ ਹਮਾਰੇ ਬਾਰ। ਕਬੀਰ ਕੁਛ ਨਾ ਕਰ ਸਕਿਆ, ਬਾਜ਼ਾਰਾਂ ਵਿੱਚ ਨਿਮਾਣਾ ਹੋ ਕੇ ਲੰਮਾ ਪੈ ਰਿਹਾ। ਰਾਮਾਨੰਦ ਜੀ ਜਿਉਂਦੇ ਫਕੀਰ ਦੀ ਠੋਕਰ ਵੱਜੀ। ਉਹ ਠੋਕਰ ਜੀਵਨ ਕਣੀ ਉਹਨਾਂ ਦੇ ਅੰਦਰ ਪਾ ਗਈ। ਕਬੀਰ ਦੇਖੋ ਜੀ ਉਠਿਆ। ਉਸ ਪਿਆਰੇ ਗੁਰੂ ਨਾਨਕ ਦੇ ਰਸਤੇ ਦਿਲ ਵਿਛਾ ਛੱਡੀਏ। ਕੀ ਜਾਣੀਏ ਕਿ ਜਿਉਂਦੇ ਸਤਿਗੁਰੂ ਨਾਨਕ ਜੀ ਦੀ ਠੋਕਰ ਨਾਲ ਜੀਵਨ ਕਣੀ ਆ ਜਾਵੇ। ਇਹ ਗੱਲ ਸਭਨਾਂ ਲਈ ਸਾਂਝੀ ਹੈ, ਪਰ ਇਹ ਨਿਮਾਣ ਪੁਣੇ ਦਾ ਰਸਤਾ ਹੈ ਤੇ ਪਿੰਗਲਿਆਂ ਤੇ ਅਪਾਹਜਾਂ ਤੇ ਮੁਰਦਿਆਂ ਦਾ ਹੈ। ਹਾਂਜੀ, ਇਹ ਨਿਮਾਣ ਪੁਣੇ ਦਾ ਰਸਤਾ ਹੈ ਤੇ ਪਿੰਗਲਿਆਂ ਤੇ ਅਪਾਹਜਾਂ ਤੇ ਮੁਰਦਿਆਂ ਦਾ ਹੈ, ਜਿਨ੍ਹਾਂ ਵਿੱਚ ਮੇਰੇ ਵਾਂਗੂ ਕੋਈ ਨੇਕੀ ਨਹੀਂ, ਕਿਸੇ ਨੇਕੀ ਦਾ ਬਲ ਨਹੀਂ, ਔਰ ਆਪਣੇ ਕਿਸੇ ਧਰਮ ਕਰਮ ਤੇ ਟੇਕ ਨਹੀਂ। ਕਹਿ ਪਿੰਗਲ ਪਰਬਤ ਪਾਰ ਭਵਨ, ਨਹੀਂ ਹੋਤ ਉਆਂ ਉਸ ਗਵਨ। ਕਰਤਾਰ ਕਰਣਾ ਮੈਂ ਦੀਨ ਬੇਨਤੀ ਕਰੇ, ਨਾਨਕ ਤੁਮਰੀ ਕਿਰਪਾ ਤਰੇ। ਮੂੰਹ ਥਿਆਉ ਤਖਤ ਪ੍ਰੀ ਮਹਿੰਜੇ ਪਾਤਸ਼ਾਹ, ਪਾਉ ਮਿਲਾਵੇ ਕੋਲ ਕਵਲ ਜਿਵੇਂ ਬਿਕਸਾਵਦੋ। ਹਿਤਕਾਰੀ ਵੀਰ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।